ਹੈਲੋ ਸਟੂਡੈਂਟਸ, ਅੱਜ ਆਪਾਂ ਅਕਾਊਂਟਸ ਦਾ ਨੈਕਸਟ ਚੈਪਟਰ ਸਟਾਰਟ ਕਰਾਂਗੇ, ਦੈਟ ਇਜ਼ ਸਬਸਿਡਰੀ ਬੁੱਕਸ, ਕੈਸ਼ ਬੁੱਕ। ਸਬਸਿਡਰੀ ਮੀਨਸ ਸਹਾਇਕ ਪੁਸਤਕਾਂ। ਇਹਦਾ ਮੀਨਿੰਗ ਕੀ ਹੈ? ਜਿਵੇਂ ਹੁਣ ਕਹਿੰਦੇ ਆਪਾਂ ਪਿਛਲੇ ਚੈਪਟਰਸ 'ਚ ਪੜ੍ਹਿਆ ਸੀਗਾ ਕਿ ਆਪਾਂ ਜਰਨਲ ਬਣਾਉਂਦੇ ਹਾਂ, ਫਿਰ ਉਹਨੂੰ ਲੈਜ਼ਰਸ ਬਣਾਉਂਦੇ ਹਾਂ। ਠੀਕ ਹੈ, ਯਾਨੀ ਕਿ ਆਪਾਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਰੱਖਣ ਦੇ ਲਈ ਪਹਿਲਾਂ ਜਰਨਲ ਬਣਾਉਣਾ ਬਹੁਤ ਜ਼ਰੂਰੀ ਹੈ, ਜਿਹਨੂੰ ਸਟਾਰਟਿੰਗ ਬੁੱਕ ਕਹਿੰਦੇ ਨੇ। ਸੈਕਿੰਡ ਨੰਬਰ 'ਤੇ ਬੇਟਾ ਲੈਜ਼ਰਸ ਬਣਾਉਣਾ ਬਹੁਤ ਜ਼ਰੂਰੀ ਹੈ, ਜਿਹਨੂੰ ਆਪਾਂ ਮੇਨ ਬੁੱਕ ਕਹਿੰਦੇ ਨੇ। ਇਸ ਤੋਂ ਬਾਅਦ ਆਪਾਂ ਨੈਕਸਟ ਜਿਹੜੇ ਲੈਣ ਦੇਣ ਨੇ ਉਹ ਆਪਾਂ ਸਬਸਿਡਰੀ ਬੁੱਕਸ ਦੇ ਵਿੱਚ ਸ਼ੋਅ ਕਰਦੇ ਹਾਂ। ਸਬਸਿਡਰੀ ਬੁੱਕਸ ਬੇਟਾ ਅਲੱਗ-ਅਲੱਗ ਤਰ੍ਹਾਂ ਦੀਆਂ ਬੁੱਕਸ ਹੁੰਦੀਆਂ ਨੇ, ਜਿਹਦੇ ਵਿੱਚ ਅਕਾਊਂਟਸ ਨਾਲ ਸੰਬੰਧਿਤ ਐਂਟਰੀਜ਼ ਨੂੰ ਰਿਕਾਰਡ ਕੀਤਾ ਜਾਂਦਾ ਸੀ ਹੈਗਾ ਗਾ। ਠੀਕ ਹੈ, ਹੁਣ ਇਹਨਾਂ ਦੀ ਲੋੜ ਮਹਿਸੂਸ ਕਿਉਂ ਹੋਈ ਆ? ਦੇਖੋ, ਕਹਿੰਦੇ ਇੰਨੀਆਂ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਇੱਕੋ ਹੀ ਬੁੱਕ ਦੇ ਵਿੱਚ ਸੰਭਾਲ ਕੇ ਰੱਖਣਾ ਜਾਂ ਉਹਨੂੰ ਯਾਦ ਕਰਕੇ ਰੱਖਣਾ ਬਹੁਤ ਔਖਾ ਪ੍ਰੋਸੈਸ ਸੀਗਾ। ਤਾਂ ਇਸ ਚੀਜ਼ ਨੂੰ ਠੀਕ ਕਰਨ ਦੇ ਲਈ ਆਪਾਂ ਸਬਸਿਡਰੀ ਬੁੱਕਸ ਬਣਾਉਂਦੇ ਹਾਂ। ਅਤੇ ਉਹਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਹੁਣ ਇਹ ਪੜ੍ਹਾਂਗੇ ਕਿ ਸਬਸਿਡਰੀ ਬੁੱਕਸ ਕਿਹੜੀਆਂ ਹੁੰਦੀਆਂ ਨੇ। ਪਹਿਲੀ ਹੁੰਦੀ ਹੈ ਬੇਟਾ ਕੈਸ਼ ਬੁੱਕ। ਕੈਸ਼ ਬੁੱਕ ਦੇ ਵਿੱਚ ਜਿਹੜਾ ਕੈਸ਼ ਨਾਲ ਲੈਣ ਦੇਣ ਆ ਜਾਂ ਬੈਂਕ ਦੇ ਨਾਲ ਲੈਣ ਦੇਣ ਆ ਉਹ ਆਪਾਂ ਸ਼ੋਅ ਕਰਾਂਗੇ। ਪਰਚੇਜ਼ ਬੁੱਕ ਦੇ ਵਿੱਚ ਰਾਜੇ ਜਿਹੜੀਆਂ ਵਸਤੂਆਂ ਤੁਸੀਂ ਉਧਾਰ ਖਰੀਦੀਆਂ ਨੇ, ਠੀਕ ਹੈ ਬੇਟਾ, ਉਹਨਾਂ ਨੂੰ ਆਪਾਂ ਪਰਚੇਜ਼ ਬੁੱਕ ਦੇ ਵਿੱਚ ਸ਼ੋਅ ਕਰਾਂਗੇ। ਰਿਟਰਨਸ ਆਊਟਵਰਡ, ਖਰੀਦ ਵਾਪਸੀ, ਯਾਨੀ ਕਿ ਤੁਸੀਂ ਮਾਲ ਪਰਚੇਜ਼ ਕੀਤਾ ਸੀ ਪਰ ਕਿਸੇ ਕਾਰਨ ਤੁਸੀਂ ਉਹਨੂੰ ਵਾਪਸ ਕਰਤਾ, ਤਾਂ ਉਹ ਤੁਸੀਂ ਕਿਹੜੀ ਬੁੱਕ 'ਚ ਸ਼ੋਅ ਕਰੋਗੇ? ਰਿਟਰਨਸ ਆਊਟਵਰਡ ਵੀ ਬੋਲਦੇ ਆ, ਪਰਚੇਜ਼ ਰਿਟਰਨ ਵੀ ਬੋਲਦੇ ਆ। ਸੇਲਸ ਬੁੱਕ ਵਿੱਚ ਰਾਜੇ ਜਿਹੜਾ ਤੁਸੀਂ ਉਧਾਰ ਮਾਲ ਵੇਚਿਆ ਉਹਨੂੰ ਤੁਸੀਂ ਸੇਲ ਬੁੱਕ ਦੇ ਵਿੱਚ ਸ਼ੋਅ ਕਰੋਗੇ। ਰਿਟਰਨਸ ਇਨਵਰਡ ਦੇ ਵਿੱਚ ਜਿਹੜਾ ਮਾਲ ਵੇਚਿਆ ਸੀ ਉਹ ਕਿਸ ਗਾਹਕਾਂ ਨੇ ਵਾਪਸ ਕਰਤਾ, ਤਾਂ ਤੁਸੀਂ ਇਸ ਬੁੱਕ ਦੇ ਵਿੱਚ ਸ਼ੋਅ ਕਰੋਗੇ। ਬਿੱਲ ਰਿਸੀਵੇਬਲ ਅਕਾਊਂਟ ਦੇ ਵਿੱਚ ਬੇਟਾ ਜਿਹੜਾ ਤੁਸੀਂ ਬਿਲਸ ਬਣਾ ਰਹੇ ਹੋ ਉਹਨਾਂ ਦਾ ਰਿਕਾਰਡ ਰੱਖਿਆ ਜਾਏਗਾ। ਠੀਕ ਹੈ, ਬਿਲਸ ਪੇਬਲ ਜਿਹੜੇ ਤੁਸੀਂ ਬਿੱਲ ਦੇ ਦੇਣੇ ਆ ਉਹਨਾਂ ਦਾ ਰਿਕਾਰਡ ਰੱਖਿਆ ਜਾਏਗਾ। ਇਸ ਤੋਂ ਬਾਅਦ ਆਉਂਦਾ ਮੇਨ ਜਰਨਲ। ਮੇਨ ਜਰਨਲ ਦੇ ਵਿੱਚ ਕੋਈ ਜਿਹੜਾ ਸਬ ਹੈਡਿੰਗ ਜਿਹੜਾ ਉਹ ਵਿਸ਼ੇਸ਼ ਨਹੀਂ ਰੱਖਿਆ ਜਾਂਦਾ ਗਾ। ਠੀਕ ਹੈ ਬੇਟਾ, ਹੁਣ ਅੱਗੇ ਆਹ ਵਾਲੇ ਇੱਕ ਟੇਬਲ ਬਣਿਆ ਜਿਹੜਾ ਤੁਹਾਨੂੰ ਮਤਲਬ ਦੱਸੇਗਾ ਵੀ ਕਿਸ 'ਚ ਕੀ ਹੁੰਦਾ ਗਾ। ਜੋ ਪਹਿਲਾਂ ਹੀ ਦੱਸ ਚੁੱਕੀ ਹਾਂ, ਕੈਸ਼ ਜਰਨਲ ਯਾਨੀ ਕਿ ਇਹ 'ਚ ਸਾਰੀਆਂ ਕੈਸ਼ ਅਤੇ ਬੈਂਕ ਦੇ ਨਾਲ ਰਿਲੇਟਡ ਟ੍ਰਾਂਜੈਕਸ਼ਨਸ ਹੋਣਗੀਆਂ। ਗੁਡਸ ਜਰਨਲ ਉਹਦੇ ਵਿੱਚ ਆ ਜਾਏਗਾ ਪਰਚੇਜ਼ ਬੁੱਕ, ਸੇਲਸ ਬੁੱਕ, ਦੋਨੋਂ ਰਿਟਰਨਸ ਬੁੱਕ ਆ ਜਾਣਗੀਆਂ। ਠੀਕ ਹੈ, ਬਿੱਲ ਨਾਲ ਰਿਲੇਟਡ ਦੋ ਹੋ ਜਾਣਗੇ, ਬਿੱਲ ਰਿਸੀਵੇਬਲ ਅਤੇ ਬਿਲਸ ਪੇਬਲ, ਦੈਨ ਜਰਨਲ ਪ੍ਰੋਪਰ ਆ ਜਾਏਗਾ। ਸਬਸਿਡਰੀ ਬੁੱਕਸ ਨੂੰ ਬਣਾਉਣ ਦੇ ਬੇਟਾ ਫਾਇਦੇ ਕੀ ਨੇ? ਸਭ ਤੋਂ ਪਹਿਲਾਂ ਇਹ ਸਪੈਸ਼ਲਾਈਜੇਸ਼ਨ ਆ, ਸਪੈਸ਼ਲੀ ਹੋ ਗਿਆ ਖਰੀਦਣ ਵਾਲੀ ਚੀਜ਼ਾਂ ਨੂੰ ਪਰਚੇਜ਼ ਬੁੱਕ ਦੇ ਵਿੱਚ। ਠੀਕ ਹੈ, ਜਿਹੜਾ ਉਧਾਰ ਮਾਲ ਖਰੀਦਿਆ ਤਾਂ ਪਰਚੇਜ਼ ਬੁੱਕ ਦੇ ਵਿੱਚ, ਜੇ ਉਧਾਰ ਮਾਲ ਵੇਚਿਆ ਤਾਂ ਸੇਲਸ ਬੁੱਕ ਦੇ ਵਿੱਚ। ਠੀਕ ਹੈ, ਜੇ ਕੈਸ਼ ਨਾਲ ਲੈਣ ਦੇਣ ਕੀਤਾ ਤਾਂ ਆਪਾਂ ਕੈਸ਼ ਬੁੱਕ ਦੇ ਵਿੱਚ ਸ਼ੋਅ ਕਰਾਂਗੇ, ਯਾਨੀ ਕਿ ਸਪੈਸ਼ਲਾਈਜੇਸ਼ਨ ਫੋਲੋ ਕੀਤੀ ਜਾਂਦੀ ਹੈ। ਕਨਵੀਨੀਅੰਸ ਇਨ ਹੈਂਡਲਿੰਗ, ਇਹਨੂੰ ਹੈਂਡਲ ਕਰਨਾ ਬਹੁਤ ਸੌਖਾ ਹੈਗਾ। ਇਹਦੇ ਨਾਲ ਟਾਈਮ ਵੀ ਸੇਵ ਹੁੰਦਾ ਬੇਟਾ। ਐਫੀਸ਼ੀਐਂਸੀ, ਕੰਮ ਕਰਨ ਦੀ ਕੁਸ਼ਲਤਾ ਵੀ ਵੱਧਦੀ ਹੈ। ਇੰਟਰਨਲੀ ਤੌਰ 'ਤੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿਤੇ ਕੋਈ ਗਲਤੀ ਤਾਂ ਨਹੀਂ ਹੋਈ ਹੈਗੀ। ਇਹ ਰੈਫਰੈਂਸ ਦੇਣ 'ਚ ਬਹੁਤ ਸੌਖਾ ਹੁੰਦਾ ਬੇਟਾ। ਫਲੈਕਸੀਬਲ ਹੈ, ਜਿਹਨੂੰ ਆਪਾਂ ਅਕੋਰਡਿੰਗ ਟੂ ਸਿਚੁਏਸ਼ਨ ਚੇਂਜ ਕਰ ਸਕਦੇ ਹਾਂ। ਰਿਸਪੋਂਸਿਬਿਲਿਟੀ ਫਿਕਸ ਹੋ ਜਾਂਦੀ ਹੈ। ਠੀਕ ਹੈ, ਆਡਿਟ ਕਰਨ ਵਿੱਚ ਬਹੁਤ ਹੈਲਪ ਮਿਲਦੀ ਹੈ। ਉਸ ਤੋਂ ਬਾਅਦ ਆਪਾਂ ਪੜ੍ਹਾਂਗੇ ਕਿ ਕੈਸ਼ ਬੁੱਕ ਕੀ ਹੁੰਦੀ ਹੈ। ਪਹਿਲਾਂ ਹੀ ਆਪਾਂ ਗੱਲ ਕਰ ਚੁੱਕੇ ਹਾਂ, ਕੈਸ਼ ਬੁੱਕ ਅਜਿਹੀ ਬੁੱਕ ਹੈ ਜਿਹਦੇ ਵਿੱਚ ਜਿਹੜਾ ਲੈਣ ਦੇਣ ਕੈਸ਼ ਅਤੇ ਬੈਂਕ ਨਾਲ ਕੀਤਾ ਗਿਆ ਹੈ ਉਹਨਾਂ ਸਾਰੇ ਲੈਣ ਦੇਣ ਨੂੰ ਆਪਾਂ ਕਿਹੜੀ ਬੁੱਕ ਦੇ ਵਿੱਚ ਸ਼ੋਅ ਕਰਾਂਗੇ ਬੇਟਾ? ਕੈਸ਼ ਬੁੱਕ ਦੇ ਵਿੱਚ ਸ਼ੋਅ ਕਰਾਂਗੇ। ਠੀਕ ਹੈ, ਕੈਸ਼ ਬੁੱਕ ਦੇ ਵਿੱਚ ਸ਼ੋਅ ਕਰਨ ਦੇ ਲਈ ਆਪਾਂ ਕੋਲ ਕੈਸ਼ ਬੁੱਕ ਜਿਹੜੀ ਆ ਉਹ ਚਾਰ ਤਰ੍ਹਾਂ ਦੀ ਹੁੰਦੀ ਹੈ ਬੇਟਾ। ਉਹ ਹੈਗੀ ਆ, ਜਿਵੇਂ ਹੁਣ ਦੇਖੋ, ਪਹਿਲੀ ਸਿੰਗਲ ਕਾਲਮ, ਡਬਲ ਕਾਲਮ, ਟ੍ਰਿਪਲ ਕਾਲਮ। ਠੀਕ ਹੈ, ਅਤੇ ਇੱਕ ਆ ਜਾਏਗੀ ਬੇਟਾ ਪੈਟੀ ਕੈਸ਼। ਠੀਕ ਹੈ, ਇਹ ਜਿਹੜੀ ਹੈ ਇਹ ਡਬਲ 'ਚ ਹੀ ਆਊਗੀ ਬੇਟਾ। ਬੈਂਕ ਐਂਡ ਡਿਸਕਾਊਂਟ ਜਿਹੜੀ ਹੈ ਇਹ ਡਬਲ 'ਚ ਹੀ ਆਏਗੀ, ਯਾਨੀ ਕਿ ਸਿੰਗਲ, ਡਬਲ, ਅਤੇ ਆਹ ਸੇਮ ਹੋ ਗਿਆ ਟ੍ਰਿਪਲ ਅਤੇ ਪੈਟੀ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਕੈਸ਼ ਬੁੱਕਸ ਨੂੰ ਬਣਾਵਾਂਗੇ। ਦੇਖੋ, ਕੈਸ਼ ਬੁੱਕ ਜਿਹੜੀ ਹੈ ਇੱਕ ਸਿੰਗਲ ਕਾਲਮ ਹੁੰਦੀ ਹੈ, ਡਬਲ ਕਾਲਮ ਹੁੰਦੀ ਹੈ, ਟ੍ਰਿਪਲ ਕਾਲਮ ਹੁੰਦੀ ਹੈ। ਹੁਣ ਇੱਥੇ ਕੈਸ਼ ਬੁੱਕ ਓਨਲੀ ਬੈਂਕ ਦੀ ਓਰੀਜਨਲ ਐਂਟਰੀ, ਮਲਟੀ ਕਾਲਮ ਹੁੰਦੀ ਹੈ, ਇੱਕ ਪੈਟੀ ਹੁੰਦੀ ਹੈ। ਠੀਕ ਹੈ, ਜਿਹੜੀ ਹੁਣ ਡਬਲ ਹੈ ਉਹ ਅੱਗੋਂ 3 ਪਾਰਟਸ 'ਚ ਵੰਡੀ ਹੋਈ ਹੈ, ਜਿਸ 'ਚ ਕੈਸ਼ ਅਤੇ ਡਿਸਕਾਊਂਟ 2 ਕਾਲਮ ਹੋਣਗੇ, ਬੈਂਕ ਅਤੇ ਡਿਸਕਾਊਂਟ 2 ਕਾਲਮ ਹੋਣਗੇ, ਜਾਂ ਕੈਸ਼ ਐਂਡ ਬੈਂਕ, ਇਹਨਾਂ ਤਿੰਨਾਂ 'ਚੋਂ ਕੋਈ ਮਰਜ਼ੀ ਹੋ ਸਕਦਾ ਗਾ। ਟ੍ਰਿਪਲ ਦੇ ਵਿੱਚ ਵੀ ਸਿੰਗਲ ਬੈਂਕ ਅਕਾਊਂਟ ਹੋ ਸਕਦਾ, ਡਬਲ ਬੈਂਕ ਅਕਾਊਂਟ ਵੀ ਹੋ ਸਕਦਾ ਗਾ। ਪੈਟੀ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਬੇਟਾ, ਸਿੰਪਲ ਅਤੇ ਐਨਾਲਿਟੀਕਲ। ਠੀਕ ਹੈ, ਇਹਦਾ ਪ੍ਰੈਕਟੀਕਲ ਪੁਆਇੰਟ ਆਫ ਵਿਊ ਦੇ ਨਾਲ ਆ, ਪਰ ਤੁਸੀਂ ਥਿਊਰੀ ਦੇ ਵਿੱਚ ਸਿਰਫ ਇੰਨਾ ਹੀ ਕਰਨਾ ਗਾ, ਇਹਨਾਂ ਦੇ ਜਸਟ ਆਪਾਂ ਮੀਨਿੰਗ ਕਰਨੇ ਨੇ। ਨੈਕਸਟ ਟੌਪਿਕ ਆਪਾਂ ਕਰਨਾ ਕਿ ਕੈਸ਼ ਬੁੱਕ ਦੇ ਲਾਭ ਕੀ ਨੇ ਬੇਟਾ। ਲਾਭ ਦੇਖੋ ਬਹੁਤ ਸਿੰਪਲ ਹੀ ਨੇ ਕਿ ਆਪਾਂ ਜਰਨਲ ਤੋਂ ਕੈਸ਼ ਬੁੱਕ ਨੂੰ ਬਣਾਉਣਾ ਬਹੁਤ ਸੌਖਾ ਹੋ ਜਾਂਦਾ ਗਾ। ਠੀਕ ਹੈ, ਇਹਦੇ ਵਿੱਚ ਆਪਾਂ ਨੂੰ ਕੈਸ਼ ਅਤੇ ਬੈਂਕ ਦੋਨਾਂ ਦਾ ਲੈਣ ਦੇਣ ਪਤਾ ਲੱਗਦਾ ਹੈਗਾ ਗਾ। ਹਰ ਰੋਜ਼ ਬੈਂਕ ਦੇ ਨਾਲ ਤੁਸੀਂ ਕਿੰਨਾ ਲੈਣ ਦੇਣ ਕਰ ਰਹੇ ਹੋ ਅਤੇ ਕੈਸ਼ ਨਾਲ ਕਿੰਨਾ ਲੈਣ ਦੇਣ ਕਰ ਰਹੇ ਹੋ ਉਹਦੇ ਬਾਰੇ ਪਤਾ ਲੱਗਦਾ ਹੈ। ਠੀਕ ਹੈ, ਇਹ ਕੀ ਨੇ? ਦੋਨੋਂ ਜਿਹੜੇ ਖਾਤੇ ਨੇ ਬਿਲਕੁਲ ਲੈਜ਼ਰਸ ਤੋਂ ਬਿਲਕੁਲ ਬਾਹਰ ਨੇ। ਇਹਨੂੰ ਆਪਾਂ ਸਿੰਪਲ ਲੈਜ਼ਰ ਵੀ ਕਿਹਾ ਜਾ ਸਕਦਾ ਹੈ।
कैश बुक हमेशा जी आप स्टार्टिंग के जर्नल बनाने ਉਹਦੇ ਉਦੇਸ਼ ਨਾਲ ਹੀ ਇਹਦੀ ਪੂਰਤੀ ਕਰਦਾ ਹੈ। ਧੋਖਾਧੜੀ ਨੂੰ ਘੱਟ ਤੋਂ ਘੱਟ ਕਰਨ ਦੇ ਲਈ ਆਪਾਂ ਕੈਸ਼ ਬੁੱਕ ਨੂੰ ਬਣਾਉਂਦੇ ਹਾਂ। ਬਾਕੀ ਟਾਈਪਸ ਆਪਾਂ ਪੜ੍ਹ ਲਈਆਂ ਬੇਟਾ। ਸਿੰਗਲ ਕਾਲਮ ਦੇ ਵਿੱਚ ਸਿਰਫ ਇੱਕ ਸਿੰਗਲ ਕਾਲਮ ਹੋਏਗਾ, ਕੈਸ਼ ਦਾ ਵੀ ਹੋ ਸਕਦਾ ਗਾ, ਠੀਕ ਹੈ, ਤੇ ਬੈਂਕ ਦਾ ਵੀ ਹੋ ਸਕਦਾ ਗਾ, ਠੀਕ ਹੈ। ਤੇ ਡਬਲ ਦੇ ਵਿੱਚ ਦੋ ਹੋਣਗੇ, ਕੈਸ਼ ਤੇ ਬੈਂਕ ਵੀ ਹੋ ਸਕਦਾ, ਜਾਂ ਕੈਸ਼ ਨਾਲ ਡਿਸਕਾਊਂਟ ਜਾਂ ਬੈਂਕ ਨਾਲ ਡਿਸਕਾਊਂਟ ਹੋ ਸਕਦਾ ਗਾ, ਜਾਂ ਕੈਸ਼ ਤੇ ਬੈਂਕ ਹੋ ਸਕਦਾ ਹੈ, ਠੀਕ ਹੈ। ਇਹ ਤਾਂ ਹੋ ਗਈ ਡਬਲ। ਸਿੰਗਲ ਦੇ ਵਿੱਚ ਇਕੱਲਾ ਕੈਸ਼, ਠੀਕ ਹੈ, ਜਾਂ ਤਾਂ ਇਕੱਲਾ ਬੈਂਕ ਹੋਏਗਾ। ਟ੍ਰਿਪਲ ਦੇ ਵਿੱਚ ਬੇਟਾ 3 ਕਾਲਮ ਹੋਣਗੇ, ਕੈਸ਼, ਬੈਂਕ ਤੇ ਡਿਸਕਾਊਂਟ, ਠੀਕ ਹੈ। ਉਸ ਤੋਂ ਬਾਅਦ ਇਹ ਤਾਂ ਓਰੀਜਨਲ ਐਂਟਰੀ, ਮਲਟੀ ਇਹ ਹੈ ਨਹੀਂ ਕਿ ਤੁਹਾਡੇ ਸਿਲੇਬਸ ਦੇ ਵਿੱਚ। ਦੈਨ ਪੈਟੀ ਕੈਸ਼ ਆਉਂਦੀ ਹੈ, ਸਿੰਪਲ ਤੇ ਐਨਾਲਾਈਟੀਕਲ, ਠੀਕ ਹੈ। ਸਿੰਗਲ ਕਾਲਮ ਕੈਸ਼ ਬੁੱਕ ਦਾ ਜਿਹੜਾ ਮਤਲਬ ਫਾਰਮੈਟ ਹੈ ਉਹ ਇਸ ਤਰੀਕੇ ਦਾ ਹੋਏਗਾ। ਡੇਟ, ਪਾਰਟੀਕੂਲਰ, ਵਾਊਚਰ ਨੰਬਰ, ਲੇਜ਼ਰ ਫੋਲੀਓ, ਅਮਾਊਂਟ, ਠੀਕ ਹੈ। ਕੈਸ਼ ਬੁੱਕ ਬਣਾ ਰਹੇ ਹਾਂ ਇਕੱਲਾ ਕੈਸ਼ ਵਾਲੀ ਟ੍ਰਾਂਜੈਕਸ਼ਨਸ। ਫਿਰ ਇਹ ਸਾਡੀ ਡੈਬਿਟ ਸਾਈਡ ਹੋ ਗਈ। ਸੇਮ ਇੱਦਾਂ ਹੀ ਡੇਟ, ਪਾਰਟੀਕੂਲਰ, ਵਾਊਚਰ ਨੰਬਰ, ਲੇਜ਼ਰ ਫੋਲੀਓ ਐਂਡ ਅਮਾਊਂਟ ਇਹ ਕ੍ਰੈਡਿਟ ਸਾਈਡ ਹੋ ਗਈ, ਠੀਕ ਹੈ ਬੇਟਾ। ਉਸ ਤੋਂ ਬਾਅਦ ਆਉਂਦਾ ਆ ਡਬਲ ਐਂਟਰੀ ਸਿਸਟਮ, ਡਬਲ ਕਾਲਮ ਸਿਸਟਮ। ਡਬਲ ਕਾਲਮ ਕੈਸ਼ ਬੁੱਕ ਦੇ ਵਿੱਚ ਆਪਣੇ ਕੋਲ 2 ਖਾਨੇ ਹੋਣਗੇ। ਤੁਸੀਂ ਇਹਦਾ ਫਾਰਮੈਟ ਧਿਆਨ ਨਾਲ ਦੇਖਣਾ। ਇਹਦੇ ਵਿੱਚ ਡਿਸਕਾਊਂਟ ਆ ਜਾਏਗਾ। ਆਹ ਇੰਪੋਰਟੈਂਟ ਟੌਪਿਕ ਹੈ, ਤੁਸੀਂ ਕਰ ਲੈਣਾ। ਕੈਸ਼ ਡਿਸਕਾਊਂਟ ਤੇ ਟ੍ਰੇਡ ਡਿਸਕਾਊਂਟ 'ਚ ਕੀ ਡਿਫਰੈਂਸ ਹੁੰਦਾ ਗਾ, ਠੀਕ ਹੈ। ਇਹਦਾ ਜਿਹੜਾ ਹੈਗਾ ਗਾ ਫਾਰਮੈਟ ਦੇਖੋ। ਡੇਟ, ਪਾਰਟੀਕੂਲਰ, ਵਾਊਚਰ ਨੰਬਰ, ਲੇਜ਼ਰ ਫੋਲੀਓ, ਡਿਸਕਾਊਂਟ ਤੇ ਅਮਾਊਂਟ। ਹੁਣ ਇੱਥੇ ਕੈਸ਼ ਵੀ ਹੋ ਸਕਦਾ ਗਾ, ਠੀਕ ਹੈ। ਜੇ ਤੁਸੀਂ ਇੱਥੇ ਬੈਂਕ ਵੀ ਸ਼ੋਅ ਕਰ ਦਿੰਦੇ ਹੋ, ਜਾਂ ਇੱਥੇ ਇਕੱਲਾ ਕੈਸ਼ ਹੋਊਗਾ ਜਾਂ ਇਕੱਲਾ ਬੈਂਕ ਹੋਏਗਾ ਵਿਦ ਡਿਸਕਾਊਂਟ, ਤਾਂ ਡਬਲ ਕਾਲਮ ਦੇ ਵਿੱਚ ਸ਼ੋਅ ਹੋਏਗਾ। ਜਾਂ ਫਿਰ ਡਬਲ ਕਾਲਮ ਦੇ ਵਿੱਚ ਦੇਖੋ, ਇੱਕ ਡੇਟ, ਪਾਰਟੀਕੂਲਰ, ਲੇਜ਼ਰ ਫੋਲੀਓ, ਕੈਸ਼ ਤੇ ਬੈਂਕ। ਡਿਸਕਾਊਂਟ ਨਹੀਂ ਸ਼ੋਅ ਕਰਨਾ ਆਪਾਂ, ਕੈਸ਼ ਤੇ ਬੈਂਕ ਸ਼ੋਅ ਕਰ ਰਹੇ ਹਾਂ। ਅੱਛਾ, ਜੇ ਨਾਲ ਕੈਸ਼ ਬੈਂਕ ਦੇ ਨਾਲ ਡਿਸਕਾਊਂਟ ਸ਼ੋਅ ਕਰਤਾ ਤਾਂ ਫਿਰ ਉਹ ਟ੍ਰਿਪਲ ਕੈਸ਼ ਬੁੱਕ ਬਣ ਜਾਏਗੀ। ਆ ਦੇਖੋ, ਇਹ 'ਚ ਟ੍ਰਿਪਲ ਕਾਲਮ ਕੈਸ਼ ਬੁੱਕ ਹੈ। ਡੇਟ, ਪਾਰਟੀਕੂਲਰ, ਲੇਜ਼ਰ ਫੋਲੀਓ, ਡਿਸਕਾਊਂਟ, ਕੈਸ਼ ਤੇ ਬੈਂਕ। ਇਹ ਸਾਰੀ ਡੈਬਿਟ ਸਾਈਡ ਹੋ ਗਈ। ਤੇ ਸੇਮ ਹੀ ਕ੍ਰੈਡਿਟ ਸਾਈਡ ਆਪਾਂ ਕਾਲਮਸ ਬਣਾਉਣੇ ਨੇ। ਨੈਕਸਟ ਟੌਪਿਕ ਆਉਂਦਾ ਬੇਟਾ ਇਹ 'ਚ ਪੈਟੀ ਕੈਸ਼ ਬੁੱਕ। ਪੈਟੀ ਕੈਸ਼ ਬੁੱਕ ਦਾ ਮਤਲਬ ਹੁੰਦਾ ਹੈ ਇੱਕ ਅਜਿਹੀ ਬੁੱਕ ਹੈ ਜਿਹਦੇ ਵਿੱਚ ਆਪਾਂ ਛੋਟੇ ਛੋਟੇ ਖਰਚਿਆਂ ਦੀ ਅਦਾਇਗੀ ਦੇ ਲਈ ਲੇਖੇ ਬਣਾਉਂਦੇ ਹਾਂ। ਛੋਟੇ ਛੋਟੇ ਖਰਚੇ ਕੋਈ ਵੀ ਹੋ ਸਕਦੇ। ਪੈਟੀ ਕੈਸ਼ ਬੁੱਕ ਦਾ ਮਤਲਬ ਹੁੰਦਾ, ਹੁਣ ਦੇਖੋ ਛੋਟੇ ਛੋਟੇ ਖਰਚੇ ਫਰਮ 'ਚ ਹੁੰਦੇ ਆ। ਕਦੀ ਪੈਨ ਲੈ ਆਏ, ਪੈਨਸਿਲ, ਸਟੇਸ਼ਨਰੀ, ਫਾਈਲਾਂ, ਕਾਗਜ਼, ਠੀਕ ਹੈ। ਇਹੋ ਜਿਹੇ ਛੋਟੇ ਛੋਟੇ ਖਰਚੇ ਬਣਾਉਣ ਦੇ ਲਈ ਜੇਕਰ ਜਰਨਲ ਬਣਾਉਣਾ ਸ਼ੁਰੂ ਕਰਤਾ, ਜਰਨਲ ਦੀ ਜਿਹੜੀ ਬੁੱਕ ਹੈ ਉਹ ਤਾਂ ਮਹੀਨੇ ਦੇ ਵਿੱਚ ਹੀ ਕੰਪਲੀਟ ਹੋ ਜਾਏਗੀ। ਇਸ ਵਾਸਤੇ ਉਹਨਾਂ ਨੇ ਜਿਹੜੇ ਛੋਟੇ ਛੋਟੇ ਖਰਚੇ ਆ ਉਹਨਾਂ ਦੀ ਐਂਟਰੀ ਕਰਨ ਵਾਸਤੇ ਕਿਹੜੀ ਕੈਸ਼ ਬੁੱਕ ਬਣਾਉਂਦੇ ਆ ਬੇਟਾ? ਪੈਟੀ ਕੈਸ਼ ਬੁੱਕ ਬਣਾਉਂਦੇ ਆ। ਇਹਦੇ ਵਿੱਚ ਜਿਹੜਾ ਕੈਸ਼ੀਅਰ ਹੁੰਦਾ ਉਹਨੂੰ ਐਡਵਾਂਸ 'ਚ ਹੀ ਪੇਮੈਂਟ ਦਿੱਤੀ ਜਾਂਦੀ ਆ ਵੀ ਤੁਹਾਨੂੰ ਇੰਨੇ ਰੁਪਏ ਦਿੱਤੇ ਜਾਂਦੇ ਆ। ਇਸ ਰੁਪਇਆਂ ਦੇ ਵਿੱਚ ਤੁਸੀਂ ਆਪਣਾ ਸਟੇਸ਼ਨਰੀ ਦਾ ਸਮਾਨ ਜਿਹੜਾ ਉਹ ਮੰਗਵਾ ਸਕਦੇ। ਜਿਵੇਂ ਕੋਈ ਡਾਕ ਦੀਆਂ ਟਿਕਟਾਂ ਮੰਗਵਾਉਣੀਆਂ ਨੇ, ਕੋਈ ਸਟੈਂਪ ਮੰਗਵਾਉਣੀ ਹੈ, ਕੋਈ ਸਟੇਸ਼ਨਰੀ ਮੰਗਵਾਉਣੀ ਹੈ, ਪੈਨ ਮੰਗਵਾਉਣਾ, ਪੈਨਸਿਲਸ ਮੰਗਵਾਉਣੀਆਂ ਨੇ, ਕੋਈ ਕਾਗਜ਼ ਮੰਗਵਾਉਣਾ ਗਾ, ਤਾਂ ਉਹ ਸਾਰਾ ਸਮਾਨ ਉਸ ਕੈਸ਼ੀਅਰ ਜਿਹੜਾ ਉਹਨਾਂ ਪੈਸਿਆਂ 'ਚੋਂ ਮੰਗਵਾਊਗਾ ਅਤੇ ਉਹਨਾਂ ਦੀ ਐਂਟਰੀ ਜਿਹੜੀ ਉਹ ਕਿੱਥੇ ਕਰੂਗਾ? ਪੈਟੀ ਕੈਸ਼ ਬੁੱਕ ਦੇ ਵਿੱਚ। ਇਹਦੇ ਫੀਚਰਸ ਕੀ ਨੇ? ਇਹਦੇ ਵਿੱਚ ਜਿਹੜਾ ਕੈਸ਼ੀਅਰ ਹੋਏਗਾ ਉਹਨੂੰ ਜਿਹੜੀ ਰਕਮ ਮਿਲੂਗੀ, ਪੈਸੇ ਮਿਲਣਗੇ, ਉਹ ਖੱਬੇ ਖਾਨੇ ਦੇ ਵਿੱਚ ਲਿਖੇਗਾ। ਛੋਟੇ ਛੋਟੇ ਖਰਚਿਆਂ ਦੀ ਅਦਾਇਗੀ ਦੇ ਲਈ ਉਹਨੂੰ ਸੱਜੇ ਪਾਸੇ ਸਾਰੇ ਖਾਨੇ ਬਣੇ ਹੋਣਗੇ। ਸੱਜੇ ਪਾਸੇ ਖਰਚੇ ਲਿਖੂਗਾ, ਖੱਬੇ ਪਾਸੇ ਜਿੰਨੇ ਪੈਸੇ ਨੇ ਉਹਨੇ ਲਿਖੇਗਾ। ਇਹਦੇ ਵਿੱਚ ਕੋਈ ਵੀ ਡੈਬਿਟ ਜਾਂ ਕ੍ਰੈਡਿਟ ਦੀ ਉਹ ਗੱਲ ਨਹੀਂ ਹੋਏਗੀ, ਠੀਕ ਹੈ। ਇਹਦੇ ਵਿੱਚ ਵੀ ਜਿਹੜੀ ਜਿੰਨਾ ਖਰਚ ਕੀਤਾ ਜਾਏਗਾ ਉਹਨੂੰ ਦੱਸੇਗਾ, ਇਹ ਲਿਖੇਗਾ ਵੀ ਇੱਥੇ ਇੰਨਾ ਮਤਲਬ ਰੁਪਏ ਖਰਚ ਹੋਇਆ, ਇੱਥੇ ਇੰਨਾ। ਅੱਛਾ, ਇਹਦੇ ਵਿੱਚ ਕੀ ਹੋਏਗਾ ਕਿ ਜਦੋਂ ਵੀ ਜਿਹੜੇ ਡੇਟ ਨੂੰ ਟ੍ਰਾਂਜੈਕਸ਼ਨ ਹੋਈਆਂ ਨੇ ਉਸ ਡੇਟ ਨੂੰ ਆਪਣੇ ਡੈਬਿਟ ਅਤੇ ਕ੍ਰੈਡਿਟ ਨਾਲ ਟੂ ਅਤੇ ਬਾਏ ਦੇ ਵਿੱਚ ਆਪਣੀ ਐਂਟਰੀਜ਼ ਜਿਹੜੀਆਂ ਉਹ ਪਾਸ ਕਰੀ ਜਾਊਗਾ। ਇਹਦਾ ਫਾਰਮੈਟ ਦੇਖਦੇ ਆਪਾਂ। ਇਹਦਾ ਫਾਰਮੈਟ ਹੈ ਬੇਟਾ, ਦੇਖੋ, ਅਮਾਊਂਟ ਰਿਸੀਵਡ, ਕੈਸ਼ ਬੁੱਕ ਫੋਲੀਓ, ਡੇਟ, ਪਾਰਟੀਕੂਲਰ, ਵਾਊਚਰ ਨੰਬਰ, ਲੇਜ਼ਰ ਫੋਲੀਓ ਐਂਡ ਅਮਾਊਂਟ ਪੇਡ। ਹੁਣ ਦੇਖੋ ਇੱਧਰ ਜਿਹੜੀ ਪੈਸੇ ਉਹਨੂੰ ਮਿਲਣਗੇ ਉਹ ਇੱਧਰ ਲਿਖੇਗਾ ਕੈਸ਼ੀਅਰ, ਜਿਹੜੀ ਪੇਮੈਂਟ ਹੋਊਗੀ ਇੱਧਰ। ਅੱਛਾ, ਜੇ ਕੈਸ਼ ਮਿਲਿਆ ਤਾਂ ਟੂ ਦੇ ਵਿੱਚ ਲਿਖੂਗਾ, ਜਿਹੜੇ ਖਰਚੇ ਨੇ ਉਹ ਸਾਰੇ ਬਾਏ ਕਰਕੇ ਲਿਖੇਗਾ। ਇਸ ਇੱਕ ਤਰ੍ਹਾਂ ਦਾ ਫਾਰਮੈਟ ਹੈ ਜਿਹਨੂੰ ਫੋਲੋ ਕਰਕੇ ਕੈਸ਼ੀਅਰ ਜਿਹੜਾ ਪੈਟੀ ਕੈਸ਼ ਬੁੱਕ ਨੂੰ ਬਣਾਉਂਦਾ ਗਾ। ਹੁਣ ਇਹਦੇ ਲਾਭ ਕੀ ਨੇ? ਬਿਲਕੁਲ ਸਿੰਪਲ ਹੈਗਾ ਇਹਨੂੰ ਬਣਾਉਣਾ। ਟਾਈਮ ਸੇਵ ਹੁੰਦਾ, ਐਨਰਜੀ ਸੇਵ ਹੁੰਦੀ ਹੈ, ਗਲਤੀ ਹੋਣ ਦੇ ਚਾਂਸਸ ਘੱਟ ਜਾਂਦੇ ਨੇ, ਧੋਖਾ ਨਹੀਂ ਕਰ ਸਕਦੇ ਗੇ, ਪੋਸਟਿੰਗ ਕਰਨੀ ਈਜ਼ੀ ਹੈ, ਇਹਨੂੰ ਬਣਾਉਣਾ ਬਹੁਤ ਸੌਖਾ ਗਾ, ਠੀਕ ਹੈ। ਸਿਸਟਮ ਇਹਦੇ 2 ਨੇ ਬੇਟਾ, ਆਰਡੀਨਰੀ ਸਿਸਟਮ ਅਤੇ ਇੰਪ੍ਰੈਸਡ ਸਿਸਟਮ। ਇਹ ਆਰਡੀਨਰੀ ਸਿਸਟਮ ਵਿੱਚ ਸਿੰਪਲ ਆਪਾਂ ਕੈਸ਼ੀਅਰ ਨੂੰ ਰਕਮ ਮਹੀਨੇ ਦੇ ਸਟਾਰਟਿੰਗ 'ਚ ਦੇ ਦਿੰਦੇ ਹਾਂ ਅਤੇ ਐਂਡਿੰਗ ਤੱਕ ਉਹਦਾ ਹਿਸਾਬ ਕਰ ਲੈਂਦੇ ਆ। ਇਹਦੇ ਵਿੱਚ ਕੀ ਹੁੰਦਾ ਕਿ ਟਾਈਮ ਜਿਹੜਾ ਉਹ ਫਿਕਸ ਰੱਖ ਦਿੱਤੇ ਜਾਂਦੇ ਹਨ। ਫਿਕਸ ਟਾਈਮ ਦੇ ਅਕੋਰਡਿੰਗ ਜਿਹੜੀ ਕੈਸ਼ੀਅਰ ਨੂੰ ਪੇਮੈਂਟ ਦਿੱਤੀ ਜਾਂਦੀ ਹੈ ਉਸ ਅਕੋਰਡਿੰਗ ਉਹਨੇ ਆਪਣਾ ਖਰਚਾ ਜਿਹੜਾ ਉਹ ਕੰਪਲੀਟ ਕਰਨਾ। ਹੁਣ ਜਿਵੇਂ ਐਗਜ਼ਾਮਪਲ ਹੈ, ਕਹਿੰਦੇ ਮੰਨ ਲਓ ਕੈਸ਼ੀਅਰ ਆ, ਉਹਨੂੰ 500 ਰੁਪਏ ਐਡਵਾਂਸ ਦੇ ਦਿੱਤਾ ਅਤੇ
तो उन्हें एक महीने ਦੇ ਵਿੱਚ ਛੋਟੇ ਛੋਟੇ ਖਰਚ ਲਈ 375 ਉਹਨੇ ਰੁਪਏ ਖਰਚ ਕਰਤੇ, ਠੀਕ ਹੈ। ਉਹਦੇ ਕੋਲ ਮਹੀਨੇ ਦੇ ਅੰਤ ਵਿੱਚ 125 ਰੁਪਏ ਰਹਿ ਜਾਣਗੇ। ਅਗਲੇ ਮਹੀਨੇ ਵਿੱਚ ਉਹ 125 ਮਤਲਬ ਉਹ ਕੀ ਕਰੇਗਾ 375 ਦੀ ਪੂਰਤੀ ਕਰ ਦੇਗਾ, ਅਤੇ ਅਗਲੇ ਮਹੀਨੇ ਉਹ ਜਿਹੜੇ ਉਹਨੂੰ ਫਿਰ ਕਿੰਨੇ ਰੁਪਏ ਮਿਲ ਜਾਣਗੇ 500 ਰੁਪਏ ਮਿਲ ਜਾਣਗੇ। ਉਹ ਜਿਹੜੇ 125 ਹੋ ਕੇ ਕੈਰੀ ਫਾਰਵਰਡ ਕਰ ਲਏਗਾ। ਮਤਲਬ ਇਸ ਤਰੀਕੇ ਨਾਲ ਜਿਹੜੇ ਆ ਇਹ ਜਿਹੜੀ ਪੈਟੀ ਕੈਸ਼ ਬੁੱਕ ਆ ਉਹ ਇਸ ਤਰੀਕੇ ਨਾਲ ਬਣਾਈ ਜਾਂਦੀ ਹੈ। ਹੋਪ ਸੋ ਰਾਜੇ ਤੁਹਾਨੂੰ ਇਹ ਟੌਪਿਕ ਸਮਝ ਆ ਗਿਆ ਹੋਊਗਾ। ਫਿਰ ਵੀ ਕੋਈ ਪ੍ਰੋਬਲਮ ਹੋਈ ਤੁਸੀਂ ਮੈਨੂੰ ਦੱਸ ਦਿਓ। ਥੈਂਕ ਯੂ ਬੇਟਾ।